अस्सलाम वालेकुम। नज़र चौहान तुहाडे नाल अमरीका तो राबते च। इस वक्त इत्थे बाहर दा हरारत 3 डिग्री सेंटीग्रेड है, लेकिन हवा बिल्कुल नहीं चल रही, जिस वजह दे नाल तो बैठन दा बहुत ज़्यादा मज़ा आ रहा। अज मैनू ताखीर हो गई, एक मेरा ज़रा इंटरव्यू सी, नॉट किसी जॉब शॉब ली, अदरवाइज somebody wanted to speak to me ते ਉਹਦੇ ਵਜ੍ਹਾ ਨਾਲ ਡਿਲੇ ਹੋ ਗਿਆ, ਔਰ ਵੈਸੇ ਵੀ ਥੋੜ੍ਹਾ ਹੀ ਅੱਧਾ ਪੌਣੇ ਘੰਟੇ ਦਾ ਡਿਲੇ ਹੋਇਆ ਆ। ਤੁਹਾਨੂੰ ਦੇਖੋ, ਇਹ ਖਬਰਾਂ ਤੋਂ ਮੈਂ ਬਹੁਤ ਜ਼ਿਆਦਾ ਤੰਗ ਹੈ। ਨੋਟੀਫਿਕੇਸ਼ਨ ਗਾਂਡੇ ਤੇ ਫੌਜ ਦੀ ਲੜਾਈ, ਇਹ 1980 ਤੋਂ ਤਮਾਸ਼ਾ ਚੱਲ ਰਿਹਾ। ਕਦੀ ਜਨਾਬ ਸਾਹਿਬ ਗਾਂਡਾ ਉੱਤੇ ਆ ਜਾਂਦਾ, ਕਦੀ ਫੌਜ ਉੱਤੇ ਆ ਜਾਂਦੀ, ਤੇ ਇਹ ਮੇਲਾ ਠੇਲਾ ਜਿਹੜਾ ਹਰਾਮਜ਼ਦਗੀਆਂ, ਬਦਮਾਸ਼ੀਆਂ, ਗੁੰਡਾਗਰਦੀਆਂ ਇਸੇ ਤਰ੍ਹਾਂ ਕੁੱਤਪੁਣਾ ਚੱਲਦਾ ਰਹਿੰਦਾ। ਠੀਕ ਹੈ ਜੀ, ਤੁਹਾਡੇ ਸਾਹਮਣੇ ਮੈਂ ਤੁਹਾਨੂੰ ਤਾਰੀਖੀ ਇਤਬਾਰ ਨਾਲ ਇਵੈਂਟਸ ਤੋਂ ਦੱਸਿਆ ਕਿ ਕਿਸ ਤਰ੍ਹਾਂ ਗਾਂਡੇ ਨੇ ਪਹਿਲਾਂ ਜਲਾਨੀ ਨੂੰ ਬਰਾਈਬ ਕੀਤਾ, ਲਿਆਂਦਾ ਜਲਾਨੀ ਨੂੰ ਉਹਨੂੰ ਚੁੱਕ ਕੇ ਮਾਰਿਆ। ਉਹ ਤੋਂ ਬਾਅਦ ਤੋਂ ਅਖਤਰ ਅਬਦੁਰ ਰਹਿਮਾਨ ਨੂੰ, ਉਹ ਤੋਂ ਬਾਅਦ ਤੋਂ ਉਹ ਇਹਨੂੰ ਬਦਲ ਰਿਹਾ ਸੀ ਚੀਫ ਮਿਨਿਸਟਰੀ ਤੋਂ, ਉਹਦਾ ਤਿਆਰਾ ਡਿੱਗ ਗਿਆ। ਉਹ ਤੋਂ ਬਾਅਦ ਤੋਂ ਅਸਦ ਦੁਰਾਨੀ, ਫਿਰ ਹਮੀਦ ਗੁਲ, ਨਾਸਿਰ ਜਾਵੇਦ, ਚੱਲ ਫਿਰ ਇਹਨੇ 2013 'ਚ ਕਿਆਨੀ ਨੂੰ ਕਾਬੂ ਕੀਤਾ 35 ਪੰਕਚਰਾਂ ਲਈ। ਉਹ ਤੋਂ ਬਾਅਦ ਤੋਂ ਰਹੀਲ ਸ਼ਰੀਫ ਨੂੰ ਇਹਨੇ ਕਾਬੂ ਕੀਤਾ। ਹਰਾਮਜ਼ਾਦੇ ਨੇ, ਬਹਿਨ ਚੋਦ ਨੇ ਐਕਸਟੈਂਸ਼ਨ ਵੀ ਨਹੀਂ ਦਿੱਤੀ। ਲੇਕਿਨ ਇਸ ਦੱਲੇ ਨੇ, ਕੁੱਤੇ ਨੇ, ਇਹ ਬੜਾ ਗਾਂਡਾ ਬਹੁਤ ਹਰਾਮਜ਼ਾਦਾ ਆ। ਇਹਨੇ ਉਹ ਧਰਨੇ ਵਾਲਾ ਕਿਤੇ ਉਸ ਵਕਤ ਮੈਂ ਮਿਲਿਆ ਵੀ ਸੀ ਇੱਕ ਤਵਸਤ ਦੇ ਨਾਲ ਰਹੀਲ ਸ਼ਰੀਫ ਨੂੰ। ਉਸ ਵਕਤ ਕਾਸ਼ ਕਿਸੇ ਉਸ ਵਕਤ ਰਹੀਲ ਸ਼ਰੀਫ ਮੰਨ ਜਾਂਦਾ ਔਰ ਦੁਬਾਰਾ ਇਲੈਕਸ਼ਨ ਕਰਾਉਣ ਦਾ, ਤੇ ਸਿਆਪਾ ਹੀ ਖਤਮ ਹੋ ਜਾਣਾ ਸੀ। ਇਹ ਫੌਜ ਔਰ ਗਾਂਡੇ ਦਾ ਖੇਲ ਜਿਹੜਾ ਹੈ ਨਾ, ਇਹ ਚੱਲਦਾ ਰਹਿਣਾ ਹੈ। ਫੌਜ ਔਰ ਇਮਰਾਨ ਖਾਨ ਬਮੁਕਾਬਲਾ ਹੋ ਗਏ ਹੋਏ ਨੇ ਕੋਈ ਰਿਜੀਮ ਚੇਂਜ ਆਪਰੇਸ਼ਨ ਤੋਂ ਬਾਅਦ। ਇਹਦੇ 'ਚ ਇਮਰਾਨ ਖਾਨ ਜਿੱਤੇਗਾ, ਆਵਾਮ ਵੀ ਜਿੱਤੇਗੀ, ਔਰ ਫੌਜ ਫਸਟ ਟਾਈਮ ਬੈਰਕਾਂ 'ਚ ਵਾਪਸ ਆ ਜਾਏਗੀ। ਤੁਸੀਂ ਅੱਜ ਮੇਰੀ ਗੱਲ ਗੌਰ ਨਾਲ ਸੁਣੋ, ਇਹ ਬਹੁਤ ਇੰਪੋਰਟੈਂਟ ਵੀਲੌਗ ਹੈ। ਮੈਂ ਬਹੁਤ ਘੱਟ ਕਹਿੰਦਾ ਹੁੰਦਾ ਤੁਹਾਨੂੰ ਇਸ ਲੜਾਈ ਤੋਂ ਬਿਲਕੁਲ ਕੁਛ ਨਹੀਂ ਮਿਲਣਾ। ਗਾਂਡਾ ਜਿੱਤੇ, ਫੌਜ ਜਿੱਤੇ, XYZ ਆਏ। ਤੁਹਾਨੂੰ 2 ਕੰਮ ਕਰਨੇ ਚਾਹੀਦੇ ਆ। ਇੱਕ ਤੇ ਤੁਸੀਂ ਇਮਰਾਨ ਖਾਨ ਨੂੰ ਜਾਂ ਤੇ ਬਾਹਰ ਕਢਵਾਓ, ਔਰ ਇਮਰਾਨ ਖਾਨ ਜਿਹੜਾ ਆ ਉਹ ਆਪੇ ਹੀ ਫੌਜ ਨੂੰ ਬੈਰਕਾਂ 'ਚ ਭੇਜ ਦੇਗਾ, ਔਰ ਪਾਕਿਸਤਾਨ ਲਈ ਵੀ ਕੋਈ ਤਰੱਕੀ ਦਾ ਮਾਮਲਾ ਉਹ ਬਣਾ ਦੇਗਾ। ਠੀਕ ਹੈ ਜੀ, ਉਹਨਾਂ ਨੇ ਬੜਾ ਰਗੜਾ ਖਾ ਲਿਆ ਆ। ਉਮੀਦ ਹੈ ਉਹਨੂੰ ਸਮਝ ਜਾਏਗਾ, ਔਰ ਹੁਣ ਤੁਹਾਡੀ ਤਾਕਤ ਕਾਫੀ ਜ਼ਿਆਦਾ ਹੋਏਗੀ। ਜਿਸ ਤਰ੍ਹਾਂ ਉਹਨੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਆ, ਔਰ ਇਹ ਸਾਰੇ ਜਿਹੜੇ ਬਦਮੋਸ਼ ਬਣੇ ਬੈਠੇ ਸੀ, ਠੀਕ ਹੈ ਨਾ ਜੀ, ਉਹਨਾਂ ਨੇ ਸਿਰਫ ਸਲਮਾਨ ਅਕਰਮ ਰਾਜਾ ਵੀ ਵੈਸੇ ਗਲਤ ਬੰਦਾ ਆ, ਸਿਰਫ ਉਹਦੇ 'ਤੇ ਇਤਬਾਰ ਕਰਨ ਦੇ ਹੈ। ਆਪਣਾ ਸੁਹੇਲ ਜਿਹੜਾ ਉਹ ਆਪਣਾ ਅਫਰੀਦੀ ਵਜ਼ੀਰ ਆਲਾ ਆ, ਉਹਦੇ 'ਤੇ ਇਤਬਾਰ ਕਰਨ ਦੇ ਹੈ। ਅਤੇ ਅਦਰਵਾਈਜ਼ ਤਾਂ ਕੋਈ ਐਡਾ ਸ਼ੋਅ ਚੌਨ ਨਹੀਂ ਹੈ ਸਿਸਟਮ 'ਚ। ਸਿਸਟਰਸ ਉਹਦੀਆਂ ਬੜੀ ਬੇਲੌਸ ਕੰਮ ਕਰ ਰਹੀਆਂ। ਤੁਹਾਨੂੰ ਉਹਨੂੰ ਕੱਢਣ ਦਾ ਬਾਹਰ ਕੋਈ ਇੰਤਜ਼ਾਮ ਕਰਨਾ ਚਾਹੀਦਾ, ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਔਰ ਇਮਰਾਨ ਖਾਨ ਨੂੰ ਵੀ ਹੁਣ ਉਹ ਟਾਈਮ ਹੈ, ਲੋਕਾਂ ਨੂੰ ਕਹਿਣਾ ਚਾਹੀਦਾ ਕਿ ਗਾਂਡੇਗਿਰੀ, ਫੌਜ ਗਾਂਡਾਗਿਰੀ ਬੰਦ ਕਰੋ। ਬਹੁਤ ਹੋ ਗਿਆ ਤਮਾਸ਼ਾ ਯਾਰ, ਬਹੁਤ ਹੋ ਗਿਆ। 1981-82 ਤੋਂ ਇਹ ਤਮਾਸ਼ਾ ਹੋ ਰਿਹਾ। ਕਦੀ ਇਹ ਮੁਸ਼ਰਫ ਨੂੰ ਬਣਾ ਰਿਹਾ, ਕਦੀ ਮੁਸ਼ਰਫ ਨਾਲ ਲੜ ਰਿਹਾ, ਕਦੀ ਇਹ ਕਿਸੇ ਨੂੰ ਬਣਾ ਰਿਹਾ, ਫਿਰ ਇਹ ਹਰਾਮਜ਼ਦਗੀਆਂ ਕਰ ਰਿਹਾ। ਹੁਣ ਤੇ ਬਣੀਆਂ ਵੀ ਆਪਣੀ ਫੌਜ ਨੇ ਬਣਵਾਇਆ, ਠੀਕ ਹੈ ਨਾ ਜੀ। ਸਾਰੀਆਂ ਧਾਂਦਲੀਆਂ ਫੌਜ ਨੇ ਕਿਹਾ ਹੁਣ ਤੇ ਸਾਡੀ ਮਰਜ਼ੀ ਦਾ ਲਾਏਗਾ। ਹੁਣ ਵੀ ਉਹਨੇ ਸਿਰ ਅਡਾਤਾ ਕਿ ਜੀ ਸਾਨੂੰ ਤੁਸੀਂ ਇਸਤੇਮਾਲ ਕੀਤਾ, ਅਸੀਂ ਗੰਦੇ ਪੈ ਗਏ। ਅਸੀਂ ਤੇ ਨਹੀਂ ਇਕੱਲੇ ਗੰਦੇ ਪਾਵਾਂਗੇ, ਤੁਸੀਂ ਵੀ ਗੰਦੇ ਪਾਵਾਂਗੇ। ਵਿੱਚੋਂ ਆਪਣੇ ਨਦੀਮ ਅੰਜੁਮ ਸ਼ੰਜੁਮ ਹਰਾਮਜ਼ਾਦੇ ਬੁਰੇ ਗੰਦੇ ਢੇਰ ਉਹ ਪਾਲ ਲਿਆ ਉਹਨੇ। ਇਸ਼ੂਜ਼ ਬਹੁਤ ਜ਼ਿਆਦਾ ਜਿਹੜੇ ਹੈ ਨਾ ਕਲੀਅਰ ਨੇ ਮੇਰੀ ਨਜ਼ਰ 'ਚ। ਮੈਨੂੰ ਬੜੀ ਇਹਦੇ ਬਾਰੇ 'ਚ ਕਲੈਰਿਟੀ ਹੈ। ਉਜ਼ਰ ਸਦੀਕ ਕਾਲਾ ਕੱਦੂ ਕਹਿੰਦਾ ਹੁੰਦਾ ਕਲੈਰਿਟੀ ਹੈ ਮੁਝੇ। ਅਤੇ ਇਹਦੇ 'ਚ ਬੜੀ ਮੈਨੂੰ ਉਹਦੇ ਤੋਂ ਨਫ਼ਰਤ ਇਸ ਲਈ ਹੈ ਕਿ ਉਹਨੇ ਉਹ ਕਾਜ਼ੀ ਫਾਇਜ਼ ਇਸਾ ਦੀ ਮੇਰੀ ਪਟੀਸ਼ਨ ਮੈਨੂੰ ਬਗੈਰ ਦੱਸੇ ਬਗੈਰ ਉਹਨੇ ਵਿਡਰੋ ਕਰ ਲਈ ਸੀ ਇਸਟੈਬਲਿਸ਼ਮੈਂਟ ਦੇ ਕਹਿਣ 'ਤੇ, ਵਿਚ ਵਾਜ਼ ਵੈਰੀ ਬੈਡ। ਠੀਕ ਹੈ, ਸਾਰੇ ਦਗੇਬਾਜ਼ ਨੇ, ਸਾਰੇ ਡਿਸਲੋਇਲ, ਫਜ਼ੂਲ। ਮੇਰੇ ਕੇਸ 'ਚ ਵੀ ਉਹ ਬੜਾ ਉਹ ਰੰਡੀ ਦੇ ਨਾਲ ਮਿਲ ਗਿਆ ਸੀ ਜਿਸ ਕਸ਼ਤੀ ਨੇ ਕਬਜ਼ਾ ਕੀਤਾ ਹੋਇਆ ਸੀ। ਮੈਂ ਬੜੀ ਲਾਈਫ ਦੇਖੀ ਹੈ, 66 ਸਾਲ ਬੜੇ ਅਹੁਦਿਆਂ 'ਚ ਰਿਹਾ ਆ। ਮੇਰੀ ਨੇਕ ਨੀਅਤੀ ਜਿਹੜੀ ਹੈ ਉਹ ਹਮੇਸ਼ਾ ਕਾਰ ਫਰਮਾ ਰਹੀ ਮੈਨੂੰ ਤਰੱਕੀ ਦਿਲਮਾਨ 'ਚ। ਤਰੱਕੀ ਨਾਟ ਇਨ ਦਾ ਸੈਂਸ ਆਫ ਪੈਸਾ, not in the sense of ਸ਼ੋਹਰਤ,
not in the sense of ਤਾਕਤ, ਤਰੱਕੀ in the sense of ਮੇਰੀ ਰੂਹਾਨੀ ਐਕਸਲੈਂਸ, ਮੇਰੀ ਰੂਹ ਦੀ ਰੋਸ਼ਨੀ ਨੂੰ ਮੁਨੱਵਰ ਕਰਨ 'ਚੋਂ ਬਹੁਤ ਜ਼ਿਆਦਾ ਅੱਗੇ ਰਹੀ। ਯੂ ਸੀ, ਔਰ ਉਹ ਬੜਾ ਉਹਦਾ ਫਾਇਦਾ ਹੋਇਆ ਅਲਹਮਦੁਲਿਲਾ। ਅੱਜ ਮੈਂ ਬੜਾ ਖੁਸ਼ ਹਾਂ ਕਿ ਮੈਂ ਉਸ ਇੰਟਰਵਿਊ 'ਚ ਵੀ ਉਹਨਾਂ ਨੇ ਕਿਹਾ ਕਿ ਯੈਸ ਯੂ ਹੈਵ ਦੈਟ ਸਪਿਰਿਚੁਅਲ ਐਕਸਲੈਂਸ ਵਿਚ ਵੀ ਵਰ ਲੁਕਿੰਗ ਫॉर ਰੀਅਲੀ। ਉਹ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਮੈਨੂੰ ਕੋਈ ਉਹਨਾਂ ਨੇ ਪੰਡਤ ਸ਼ੰਡਤ ਬਣਾਉਣਾ, ਬਟ ਦੈਟ ਵਾਜ਼ ਸਮ positive good vibes of what spirituality is। ਇਹ ਰੂਹ ਦੀ ਰੋਸ਼ਨੀ ਹੈ ਕੀ ਹੈ? ਉਹ ਮਾਦਾ ਪ੍ਰਸਤੋ ਫੁੱਦੂ ਛੋਟੀਮ ਸਲਫੇਟ ਫੁੱਦੂ ਪਟੈਸ ਲੋਗੋ ਕੁੱਤੋ ਤੁਸੀਂ ਤੇ ਗਰਕ ਹੋ ਗਏ। ਅੱਜ ਹੀ ਤੈਯਬਾ ਭੈਣ ਇੱਕ ਆਪਣੀ ਹਮਸਾਈ ਦਾ ਉਹਨੂੰ ਯੂਟਰਸ ਦਾ ਕੈਂਸਰ ਹੈ, ਉਹਦਾ ਦੱਸ ਰਹੀ ਸੀ ਮਰ ਰਹੇ ਨੇ, ਕਿਸ ਤਰ੍ਹਾਂ ਉਹ ਮਰ ਰਿਹਾ ਆ। ਉਹ ਰਿਜ਼ਵਾਨ ਸੇਬ ਮੈਂ ਤੁਹਾਨੂੰ ਦੱਸਿਆ, ਇਹਨਾਂ ਦੇ ਬੱਚੇ ਕਿੱਥੇ ਨੇ? ਮੈਨੂੰ ਸਮਝ ਨਹੀਂ ਆਉਂਦੀ ਉਹ ਬੱਚੇ ਕਿਉਂ ਨਹੀਂ ਇhtਜਾਜ ਕਰਦੇ। ਦੇਖੋ ਯਾਰ, ਮੈਂ ਤਾਂ ਆਪਣੇ ਘਰ ਦੀ ਕੁਰਬਾਨੀ ਦੇ ਦਿੱਤੀ, ਅਜੇ ਵੀ ਡਟਿਆ ਹੋਇਆ, ਅਜੇ ਵੀ ਇਹਨਾਂ ਨਾਲ ਗੰਦ ਪਿੱਲ ਕੁੱਤ ਪੂਰਾ ਇਹਨਾਂ ਨਾਲ ਲੜਾਈ ਲਈ ਹੈ। ਮਨੀਰੇ ਮਿਸਤਰੀ ਸੂਰ ਨਾਲ, ਗਾਂਡੇ ਨਾਲ, ਇਹਨਾਂ ਸਭ ਹਰਾਮਜ਼ਾਦਿਆਂ ਦੇ ਨਾਲ। ਮੇਰਾ ਤਾਂ ਉੱਥੇ ਸਟੇਕ ਵੀ ਕੋਈ ਨਹੀਂ ਪਾਪਾ, ਮੇਰਾ ਤਾਂ ਕੋਈ ਸਟੇਕ ਵੀ ਨਹੀਂ, ਔਰ ਨਾ ਮੈਂ ਮੋਨੀਟਾਈਜ਼ ਚੈਨਲ ਕਰਾਇਆ। ਮੈਂ ਤਾਂ ਲੂਜ਼ਿੰਗ 'ਚ ਹੈ। ਬਟ ਮੈਂ ਕਹਿੰਦਾ ਕਿ those things doesn't matter actually. What matter is really what you have done for the country. ਮੈਨੂੰ ਕੁਛ ਇਸ ਤਰ੍ਹਾਂ ਦੇ ਪੈਗਾਮ ਆ ਰਹੇ ਆ ਕਿ ਲੋਕ ਆਹਿਸਤਾ ਮੇਰੇ ਸਬਕ, ਮੇਰੇ ਲੈਕਚਰ, ਮੇਰੀ ਤਾਕੀਦ, ਮੈਂ ਜਿਹੜਾ ਕੁਛ ਕਹਿ ਰਿਹਾ ਉਹਦੀ ਤਰਫ ਆਹਿਸਤਾ ਭੜ ਰਹੇ ਨੇ। ਲੋਕ ਸਮਝ ਰਹੇ ਨੇ ਕਿ ਇਹ ਬੰਦਾ ਠੀਕ ਕਹਿ ਰਿਹਾ। ਵਾਕਈ ਹੁਣ ਮਾਮਲਾਤ ਕੋਈ ਇਸ ਤਰ੍ਹਾਂ ਹੀ ਚੱਲਣਗੇ, ਇੰਦਾ ਹੀ ਸਾਡਾ ਕੰਮ ਹੋਏਗਾ ਵਾਇਆ ਇਨਕਲਾਬ, ਲਾਈਕ ਸ੍ਰੀਲੰਕਾ, ਲਾਈਕ ਬਾਂਗਲਾਦੇਸ਼, ਲਾਈਕ ਨੇਪਾਲ, ਲਾਈਕ ਮੈਡਗਾਸਕਰ, ਲਾਈਕ ਅਰਬ ਸਪ੍ਰਿੰਗ। ਕੋਈ ਹੋਰ ਚਾਂਸ ਹੈ ਹੀ ਨਹੀਂ, ਦੂਰ ਤੱਕ ਕੋਈ ਚਾਂਸ ਨਹੀਂ। ਇਹ ਲੜਾਈ ਟੋਟਲ ਮਸਨੂਈ ਲੜਾਈ ਗਾਂਡੇ ਦੀ ਔਰ ਨੂਰਾ ਕੁਸ਼ਤੀ ਹੈ, ਗਾਂਡੇ ਔਰ ਨੀਰਾ ਮਿਸਤਰੀ ਸੂਰ ਦੀ। ਠੀਕ ਹੈ ਨਾ? ਤੁਸੀਂ ਆਪਣਾ ਬਿਲਕੁਲ ਫੋਕਸ ਰਹੋ ਕਿ ਕਿਸ ਤਰ੍ਹਾਂ ਤੁਸੀਂ ਇਸ ਹਰਾਮਜ਼ਾਦੇ ਕੁੱਤੇ ਮਨੀਰੇ ਮਿਸਤਰੀ ਸੂਰ ਨੂੰ ਟਾਣਾ ਹੈ। ਦੇਖੋ ਗੁਰਬਤ ਕਿੰਨੀ ਹੋ ਗਈ ਹੈ। ਮੈਂ ਉਹ ਸਟੈਟਿਸਟਿਕਸ ਦੇਖ ਰਿਹਾ ਸੀ, ਮੈਂ ਤੁਹਾਨੂੰ ਦੱਸਦਾ ਹਾਂ। ਵਰਲਡ ਬੈਂਕ ਦੀਆਂ ਰਿਪੋਰਟਸ ਆਉਣ ਰਹੀਆਂ। ਕਰਪਸ਼ਨ ਕਿੰਨੀ ਜ਼ਿਆਦਾ ਹੋ ਗਈ ਹੈ। ਉਹ ਜੱਜ ਦੇ ਬੇਟੇ ਨੇ 2 ਲੜਕੀਆਂ, ਵੈਸੇ ਉਹ ਵੀ ਰਾਤ ਨੂੰ ਸਕੂਟੀ 1:30 ਵਜੇ ਕਿਉਂ ਚਲਾ ਰਹੀਆਂ ਸੀ? ਵੈਸੇ ਤਾਂ ਮੈਨੂੰ ਉਹਦੇ 'ਤੇ ਵੀ ਬੜਾ ਇhtਜਾਜ ਹੈ। ਠੀਕ ਹੈ ਜੀ, ਲੇਕਿਨ ਚਲੋ ਉਹ ਜੱਜ ਦੇ ਬੱਚੇ ਨੇ ਵੀ ਬਹੁਤ ਜ਼ਿਆਦਤੀ ਕੀਤੀ। ਇੱਥੇ ਸਕੂਟੀਆਂ ਦੇ ਬਾਰੇ ਬੜਾ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾਂਦੀ ਹੈ ਕਿ ਬੱਚੇ ਵੀ ਇਸ ਤਰ੍ਹਾਂ ਸਕੂਟੀਆਂ ਨਾ ਚਲਾਉਂਦੇ ਫਿਰਨ। ਯੂ ਸੀ, ਅੱਛਾ, ਇੰਨੀ ਜ਼ਿਆਦਾ ਪੋਲੂਸ਼ਨ। ਤੁਸੀਂ 250 'ਚ ਉੱਥੇ ਰਹਿ ਰਹੇ। ਕੱਲ੍ਹ ਏਅਰ ਕੁਆਲਿਟੀ ਇੰਡੈਕਸ 30 ਸੀ, ਅੱਜ ਮੇਰਾ ਖਿਆਲ ਹੈ ਕਿ 25 ਦੇ ਕਰੀਬ ਹੋਏਗਾ, ਮੈਕਸਿਮਮ ਹੈ 40 'ਤੇ। ਇੰਨੀ ਅੱਛੀ ਬਰੀਦਿੰਗ, ਇੰਨੀ ਠੰਡ 'ਚ। ਕੱਲ੍ਹ ਬਹੁਤ ਠੰਡਾ ਦਿਨ ਸੀ, ਬਾਰਿਸ਼ ਸੀ, ਕਲਾਉਡੀ ਸੀ, ਅਤੇ ਬਾਕੀ ਕਈ ਜਗ੍ਹਾ ਸਨੋ, ਨਾਟ ਅਦਰ ਦੈਨ ਨਿਊ ਜਰਸੀ। ਮੈਂ ਕਹਿ ਰਿਹਾ, ਮੇਰੇ ਇੱਕ ਦੋਸਤ ਨੇ ਮੇਰੇ ਉਹ ਨਵਾਸੀ ਦੀ ਤਰਫ ਉਤਾਰਿਆ। ਇੰਨੀ ਅੱਛੀ ਬਰੀਦਿੰਗ ਸੀ, ਬਾਰਿਸ਼ ਰੁਕੀ ਹੋਈ ਸੀ। ਮੈਂ ਓਵਰਕੋਟ ਜਿਹਾ ਪਾਇਆ ਸੀ, ਦਿਲ ਕੀਤਾ ਵਾਕ ਕਰੀਏ, ਕੋਈ 2 ਮੀਲ ਵਾਕ ਕੀਤੇ, ਕੁਦਰਤ ਦੇ ਨਾਲ ਗੱਲਾਂ ਕੀਤੀਆਂ। ਹੈ ਦੇਖੋ ਨਾ, ਧੁੱਪ ਮੇਰੇ 'ਤੇ ਪੈ ਰਹੀ, ਕਿੰਨਾ ਮਸਹੂਰ ਕੁਨ, ਕਿੰਨਾ ਜ਼ਬਰਦਸਤ ਮੌਸਮ, ਕਿੰਨੀ ਜ਼ਬਰਦਸਤ ਜ਼ਿੰਦਗੀ ਮੇਰੀ। ਕੋਈ ਮਸਲਾ ਨਹੀਂ, ਕੋਈ ਪਰੇਸ਼ਾਨੀ ਨਹੀਂ। ਮੈਂ ਕੰਟਰੋਲ ਇਵੈਂਟਸ ਨੂੰ ਕੀਤਾ ਹੈ, ਇਵੈਂਟਸ ਨੇ ਮੈਨੂੰ ਨਹੀਂ ਕੰਟਰੋਲ ਕੀਤਾ ਹੈ। ਇਹ ਮੈਂ ਬੜੀ ਪਤੇ ਦੀ ਗੱਲ ਤੁਹਾਨੂੰ ਦੱਸੀ ਹੈ। ਤੁਹਾਨੂੰ ਇਵੈਂਟਸ ਕੰਟਰੋਲ ਕਰ ਰਹੇ ਆ। 2 ਘਰ ਬਣਾਉਣੇ ਆ, 3 ਕਾਰਾਂ ਲੈਣੀਆਂ, ਜੌਬ 'ਤੇ ਜਾਣਾ, ਇਹ ਕਰਨਾ, ਉਹਨੂੰ ਇੱਥੇ ਮਾਰਨਾ, ਇਹਨੂੰ ਮਾਰਨਾ, ਇਹ ਸਾਜ਼ਿਸ਼ ਕਰਨੀ, ਇਹ ਮੈਨੀਪੂਲੇਸ਼ਨ ਕਰਨੀ, ਇਹ ਜੈਲਸੀ, ਇਹ ਐਂਗਰ। ਮੈਨੂੰ ਇਵੈਂਟਸ ਨਹੀਂ ਕੰਟਰੋਲ ਕਰਨ ਦੇ, ਮੈਂ ਇਵੈਂਟਸ ਨੂੰ ਕੰਟਰੋਲ ਕਰ ਰਿਹਾ। ਕਿੱਥੇ ਜਾਣਾ, ਕੀ ਕਰਨਾ, ਕਦੋਂ ਉੱਠਣਾ, ਕਿਉਂ ਉੱਠਣਾ। ਮੈਂ ਇੱਕ ਉਸ ਫਲੋ ਬਣਿਆ ਹੋਇਆ। ਆਈ ਐਮ ਦਾ ਫਲੋ, ਜਿਹੜਾ ਰੂਮੀ ਸਾਹਿਬ ਕਹਿੰਦੇ ਹੁੰਦੇ ਆ। ਮੈਂ ਉਹ ਕੁਛ ਕੱਲ੍ਹ ਤਾਂ ਨਹੀਂ ਲਾਇਬ੍ਰੇਰੀ ਜਾ ਸਕਿਆ, ਬਾਰਿਸ਼ ਸੀ,
ਅੱਜ ਇਨਸ਼ਾਅੱਲਾ ਹੁਣ ਲਾਇਬ੍ਰੇਰੀ ਵੀ ਜਾਵਾਂਗਾ ਤੇ ਕੱਲ ਕੁਛ ਥੋੜੇ ਜਿਹੇ ਠੂਠਾਂ ਦੇਖ ਰਿਹਾ ਸੀ। ਅੱਛਾ, ਰੂਮੀ ਸਾਹਿਬ ਦਾ ਉਹੀ ਹਮੇਸ਼ਾ ਉਹ ਕਹਿੰਦੇ ਨੇ, ਬਿਫੋਰ ਆਈ ਰਿਮੇਨਡ ਇਨ ਸਰਚ ਆਫ ਗੋਡ ਵਿਜ਼ਿਟਿੰਗ, ਮੈਂ ਪਹਿਲਾਂ ਖੁਦਾ ਨੂੰ ਲੱਭਣ ਲਈ ਮਸਜਿਦ 'ਚ ਗਿਆ, ਟੈਂਪਲ 'ਚ ਗਿਆ, ਚਰਚ ਗਿਆ, ਮੁਕੱਦਸ ਜਗ੍ਹਾ 'ਤੇ ਗਿਆ, ਬਟ ਮੈਂ ਖੁਦਾ ਨੂੰ ਨਹੀਂ ਲੱਭ ਸਕਿਆ। ਠੀਕ ਹੈ, ਹੁਣ ਲਿਟਰਲੀ ਐਂਡ ਫਾਈਨਲੀ ਮੈਂ ਇਹਨਾਂ ਸਭ ਚੀਜ਼ਾਂ ਤੋਂ 1000 ਮੀਲ ਦੂਰ ਹੋ ਗਿਆ, ਇਹਨਾਂ ਇਬਾਦਤ ਗਾਹਾਂ ਦੁਕਾਨਾਂ ਤੋਂ, ਇਬਾਦਤ ਦੀਆਂ ਦੁਕਾਨਾਂ ਤੋਂ, ਵਰਸ਼ਿਪਿੰਗ ਸ਼ਾਪਸ, and stopped searching God here and there, up and down, and ultimately ਮੈਂ ਆਪਣੇ ਅੰਦਰ ਖੁਦਾ ਨੂੰ ਪਾਇਆ। ਇਹ ਤੁਹਾਡੇ ਅੰਦਰ, ਹਰ ਇੱਕ ਦੇ ਅੰਦਰ, ਗਾਂਡੇ ਦੇ ਅੰਦਰ ਸ਼ੈਤਾਨ ਹੈ, ਗਾਂਡੇ ਦੇ ਅੰਦਰ ਖੁਦਾ ਨਹੀਂ ਹੈ। ਮਨੀਰ ਮਿਸਤਰੀ ਸੂਰ ਦੇ ਅੰਦਰ ਸ਼ੈਤਾਨ ਹੈ। ਇੰਨਾ ਲੁਤਫ ਆਉਂਦਾ ਜਿਹੜਾ ਬੰਦਾ ਸਮਝਦਾ ਹੈ ਕਿ ਖੁਦਾ ਮੇਰੇ ਅੰਦਰ, ਉਹ ਇੰਨੇ ਸਕੂਨ 'ਚ ਆ ਜਾਂਦਾ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਤੁਸੀਂ ਮੇਰਾ ਖੁਦ ਸਕੂਨ ਦੇਖੋ, ਮੈਂ 3 ਡਿਗਰੀ ਸੈਂਟੀਗ੍ਰੇਡ 'ਚ, ਹੁਣ ਥੋੜ੍ਹੇ ਜਿਹੇ ਕਲਾਊਡ, ਸੂਰਜ ਥੋੜ੍ਹਾ ਥੱਲੇ ਨੂੰ ਜਾ ਰਿਹਾ, ਦੇਖੋ ਅਸਰ ਦੀ ਵੀ ਅਜ਼ਾਨ ਹੋ ਚੁੱਕੀ ਹੋਈ ਹੈ, ਹੁਣ ਮਗਰਬ ਵੱਲ ਨੂੰ ਆਹਿਸਤਾ ਆਹਿਸਤਾ ਜਾਏਗਾ। मोहतशम नज़र चौहान साहब शाह ने, आपने मेरे लफाजी को लाई के ज़िक्र समझा, नवाज़िश है बिला शराबा, आपकी मुल्क व कौम के लिए जारी काविशें शर्मिंदा ताबीर होंगी। बमुताबिक वर्ल्ड बैंक 40.7% अवाम ख़त गुरबत से नीचे हैं। 50% ही कर लो, लेकिन सड़कों से नहीं आना, ना 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 ना, मंगड़ा मंगड़ा उन्हें सब पैसे दे दिया, टुआ मरवाना, ठीक है जी, सड़क पे नहीं आना। वो नज़र चौहान साढ़े लिए इमरान खान आए, 16.5% शदीद गुरबत का शिकार है। ठीक है जी, कर लो गल जी। अच्छा, फिर वो तो बात, अनुषे बहुत अच्छा पैगाम बेटी भेजती है दुबई। तो when you call Asim Munir a mental patient, you are in fact saving the army, and there is a mistake that could prove costly. Before Asim Munir, there was Bajwa, who conspired against Pakistan, derailed it, imposed fascism on the people. Was he also mental patient? बहुत अच्छा इमरान खान की क्लास ਲਈ ਅਨੂਸ਼ਾ ਬੇਟਾ ਨੇ। ਜੋ ਮੈਂ ਕਹਿੰਦਾ, ਇਹ 7 ਲੱਖ ਮਾਦਰਚੋਦ ਸੂਰ ਨੇ, ਇੱਕ ਬੰਦਾ ਨਹੀਂ ਹੈ, ਇੱਕ ਬੰਦਾ ਇਹਨਾਂ ਤੋਂ ਨਹੀਂ ਵਧਿਆ ਕਿ ਇਸ ਵਕਤ ਨੋਟੀਫਿਕੇਸ਼ਨ ਨਹੀਂ ਹੋਇਆ ਮੈਂ ਕਬਜ਼ਾ ਕਰਨਾ। ਇੱਕ ਬੰਦਾ, ਇਹ ਸਾਰੇ ਗੰਦ ਦੇ ਢੇਰ ਨੇ। ਉਹ ਅੱਗੇ ਲਿਖਦੀਆਂ ਨੇ, ਦ ਪ੍ਰੋਬਲਮ ਇਜ਼ ਨਾਟ ਆਸਿਮ ਮਨੀਰ, ਮਸਲਾ ਨਹੀਂ ਹੈ, ਦ ਪ੍ਰੋਬਲਮ ਇਜ਼ ਦ ਆਫਿਸ ਹੀ ਹੋਲਡਸ ਐਂਡ ਦ ਇੰਸਟੀਟਿਊਸ਼ਨ ਹੀ ਰਿਪਰੈਜ਼ੈਂਟ, ਈਵਨ ਇਫ ਹੀ ਇਜ਼ ਰਿਮੂਵਡ ਅਨਦਰ ਕ੍ਰਿਮੀਨਲ ਵਿਲ ਟੇਕ ਹਿਸ ਪਲੇਸ। ਉਹ ਕਈਆਂ ਨੇ ਵਾਕਈ ਮੈਨੂੰ ਚੀਫ ਆਫ ਆਰਮੀ ਸਟਾਫ ਸਮਝਿਆ। ਥੱਲੇ ਬਹੁਤ ਸਾਰੇ ਕਮੈਂਟ ਉਸ ਤਸਵੀਰ ਦੇ ਟਵਿੱਟਰ, ਫੇਸਬੁੱਕ ਵਗੈਰਾ, ਇੰਸਟਾਗ੍ਰਾਮ ਔਰ टिकटॉक चाहे कि जी ये भी घट नहीं होएगा, ये मनीरा मिनिस्ट्री सूर का भी प्यो होएगा। इंस्टीट्यूशन इज रॉटन अनलेस इनकलाब, या इमरान खान दे थ्रू या मेरे वर्गे बंदियां दे थ्रू इनकलाब। तौसीफ बुखारी लंडन जिहड़ा है उन्हां दे बंदियां दे थ्रू इनकलाब। हुक्म करो तुसी, असी भी मौजूद होवांगे, तुसी भी मौजूद होवांगे, तमाशा देखांगे, हम देखेंगे। ठीक है जी। इट माइट बी योर पोलिटिकल गैम्बल टू टारगेट ओनली, मतलब तू तो सियासत की वजह नाल, क्योंकि कहता है ना मेरी फौज मेरी टूई, ये तो बड़ा बड़ा इशू है ना, मेरा पाकिस्तान मेरी फौज मेरी टूई, और मरवा रहा पिछले 3.5 साल तो ये टूई ਜਦੋਂ ਤੋਂ ਉਤਰਿਆ। Giving the institution an opportunity to self-correct through its internal backlash. ठीक है, but if that truly is the strategy, you have been trying this for over 3 years now. If no result emerged in 3 years, how will it suddenly? ਅਨੂਸ਼ਾ ਨੇ ਉਹੀ ਗੱਲ ਕੀਤੀ ਜਿਹੜੀ ਮੈਂ ਸਟਾਰਟ 'ਤੇ ਕੀਤੀ, ਇਹ ਫੌਜ ਕਦੀ ਨਹੀਂ ਠੀਕ ਹੋ ਸਕਦੀ। ਮੇਰਾ ਖਿਆਲ ਹੈ ਕਿ ਹੁਣ ਇਮਰਾਨ ਵਿਲ ਬੀ ਡਿਫਰੈਂਟ, ਔਰ ਇਸ ਫੌਜ ਨੂੰ ਠੀਕ ਕਰਨਾ ਪਏਗਾ, ਇਹਨੂੰ ਬੈਰਕਾਂ 'ਚ ਭੇਜਣਾ ਪਏਗਾ, ਇਹਨੂੰ ਡਿਸਆਰਮ ਕਰਨਾ ਪਏਗਾ। ਪਾਕਿਸਤਾਨ ਨੂੰ ਤਾਂ ਫੌਜ ਦੀ ਖੁਦਾ ਦੀ ਕਸਮ ਜ਼ਰੂਰਤ ਹੀ ਨਹੀਂ ਹੈ ਜੋ ਹਾਲਾਤ ਬਣ ਗਏ। ਚੀਨ ਦੇ ਨਾਲ ਠੇਕਾ ਕਰ ਲਓ, ਰੂਸ, ਚੀਨ, ਬੜੇ ਇੰਟਰਨੈਸ਼ਨਲ ਸਿਚੁਏਸ਼ਨ, ਅਫਗਾਨਿਸਤਾਨ ਫੌਜ ਤੋਂ ਬਗੈਰ ਚੱਲਣ ਦੀ। ਅੱਛਾ ਜੀ, you don't have more time to give chance or time to people and the institutions. They will never release you from jail. ਉਹ ਤੁਹਾਨੂੰ ਜੇਲ੍ਹ ਤੋਂ ਬਾਹਰ ਨਹੀਂ ਦੇਣਗੇ, ਤੂੰ ਉਹਨਾਂ ਨੂੰ ਹੋਰ ਵਕਤ ਦੇ ਰਿਹਾ। Mr. Sharif Ganda will never agree to give you one more chance. ਉਹ ਨਹੀਂ ਤੈਨੂੰ ਚਾਂਸ ਦੇਣਾ ਚਾਹੁੰਦਾ। He is such a Machiavellian character who does everything for holding the power.
ਟਾਈਮ ਇਜ਼ ਰਨਿੰਗ ਸ਼ਾਰਟ, ਮੇਕ ਯੋਰ ਸਟ੍ਰੈਟਜੀ। ਜਿਹੜੀ ਗੱਲ ਮੈਂ ਸਟਾਰਟ ਤੇ ਕੀ, ਇਮਰਾਨ ਖਾਨ ਵਕਤ ਨਿਕਲਦਾ ਜਾ ਰਿਹਾ ਹੈ, ਕੌਲ ਦਿਓ, ਇਹ ਲੜਾਈ ਨੂਰਾ ਕੁਸ਼ਤੀ ہے، ٹھیک ہے۔ اگے جی محترم چوہان صاحب، یہ سارا ہجوم مادی جسمانی آسائشوں کی کو ہی زندگی مانتا ہے، روح کی آواز زندگی سے ناآشنا ہے، جبکہ سب کے حقوق کے لیے لڑنے اور عدل قائم کرنے میں ہی زندگی ہے۔ اسی 1,00,000 رضاکاروں کو اپنے ساتھ جمع کرنے والے فارمولے کو ہر ویڈیو میں ضرور بیان کریں۔ انسانی تاریخ گواہ ہے کہ بزدل، خود غرض اور منتشر ہجوم کبھی آزاد نہیں ہو سکتے۔ جسمانی و مادی خواہشات سے آزاد لوگ ہی انقلاب لاتے ہیں۔ اس پر بات نہیں ہوتی، لیکن آپ کے ذریعے ایک ایک کر کے ضرور ضمیر اور احساس جاگیں گے انشاءاللہ۔ آپ ضرور کہا کریں، کیونکہ کوئی اور یہ بات نہیں کہہ سکتا۔ بہت شکریہ۔ بالکل ٹھیک، میں تیار ہوں، 1,00,000 لوگوں نال میں تیار ہیں۔ ٹرننگ ٹیبلز، چینجنگ ایوری تھنگ ان پاکستان تھرو ریوولٹ، تھرو ریبیلین، ٹھیک ہے جی۔ اچھا، پھر ایک کامنٹ سی کہ سعودی عرب میں طائف کے قریب مکہ پولیس نے 13 پاکستانی مویشی چوری کرتے، خیردین چاچا ساڑھے دوست نے لکھ رہے، یہ لوگ بھیڑ بکریاں ادھر سے ادھر کرتے پکڑے گئے۔ اب یہ پاکستان تو ہے نہیں جہاں کسی چودھری یا وڈیرے سے سفارش کروا کے یا رشوت دے کر کیس گول ہو سکے۔ یہاں پانچے پر پانچا لگے گا، سزا ملے گی۔ لگا ہوا ہے، روزگار ختم ہوا، آمدنی ختم ہوئی، پھر سزا پوری کر کے بلیک لسٹ ہو کر وطن واپس آئیں گے۔ اور اس دوران کیا گزرے گی ان کے زیر کفالت پاکستان میں موجود گھر والوں پر؟ ان کی بدنامی ساری عمر کی، اور بیرون ملک پاکستان کی ساکھ الگ سے مجروح ہوئی۔ اپنے اعمال دیکھیں، پھر عربوں کے بارے میں بات کریں۔ اے انہوں نے تصویراں، وہ جی جانور مال مویشی چوری کرتے پھڑے گئے، اور ان سعودی عرب نے بھی پاکستان دے ویزے بین کر دیتے، ٹھیک ہے جی۔ وہ پھر پاکستان چ ریوولٹ لے آؤ۔ سکھی لکڑیاں 650 روپے من مل رہی ہیں، وہ فارسٹ افسران دی بڑی موج، ٹھیک ہے جی۔ تو مٹھا گنا 400 روپے من، کیونکہ لکڑیاں غریب خریدتا ہے اور گنا سرمایہ دار خریدتے ہیں۔ میں لیاقت دھمپل صاحب کی پوسٹ، واہ جی کیا بات ہے۔ میں پھر جی پاکستان's establishment has long maintained that it serves the interest of the people, but public sentiment has clearly shifted. ہمیشہ اسٹیبلشمنٹ نے کیا سی لوگاں لئی ہے، لیکن ہن شفٹ ہو گیا لوگاں دا انٹرسٹ مینٹل۔ دیر از گروئنگ فرسٹریشن اینڈ مسٹرسٹ، لوگ بڑے فرسٹریٹڈ نے، ٹرسٹ نہیں کرتے۔ اور عمران خان's نیریٹو بہت لوگوں نے بائی کیتا ہے، انڈر انٹینس گلوبل اسکروٹنی ہے۔ It's a moment of accountability, and once a scrutiny reaches this level, it's difficult to reverse. گانڈے نو اس وقت سب تو بڑا مسئلہ یہ ہے کہ انہوں جو ہی فیلڈ مارشل بنایا، انہیں ساری اکاؤنٹیبلٹی کر کے تے سارا معاملہ چوپٹ کر دینا۔ عمران خان دے انہوں بہر ہے آن نہیں دینا، ٹھیک ہے جی۔ تو وہ دنیا نو دکھان لی، کیونکہ انہیں اکاؤنٹیبلٹی دی پاکستان گل ہو رہی ہے۔ وہ تو بات تو جی السلام علیکم نظر بھائی، زہرا بہن نے، پاکستانی خودغرض عوام مکافات عمل کا شکار ہو چکے ہیں، کیونکہ عمران خان اور اس کی بیوی کو ناحق جیل میں بند کیا ہوا ہے، اور یہ عوام جانتے بوجھتے ہوئے خاموش تماشبین بنے بیٹھے ہیں۔ خاص طور پر پنجاب اور سندھ کی عوام، چنانچہ پاکستانیوں کو اسی ناانصافی کی سزا مل رہی ہے۔ بے حس پاکستانیوں کے زندہ بھاگنے کے راستے بند ہوتے جا رہے ہیں۔ ذرا سوچیں کیسے سارا پاکستان ایک جیل میں منتقل ہو چکا ہے۔ اگر زندہ بھاگنا چاہیں تو بھی ان کو ملک سے بھاگنے نہیں دیا جا رہا۔ اگر انہیں اپنی اور اپنے بچوں کی زندگی اور آزادی عزیز ہے تو واحد ایک راستہ ہے، عمران خان باقی بچا ہے۔ سب سے پہلے عمران خان کو رہا کروانا ہوگا، ورنہ فاقے، بھوک، ننگ، بے روزگاری، قتل و غارت، چار دیواری کا تقدس پامال ہونا کرما کی شکل میں ان کو ڈستا رہے گا۔ بہت زبردست کامنٹ بہن جی نے لکھا۔ پاکستان میں رہتے ہوئے یہ جیل ان سب کو کاٹنی پڑے گی، کیونکہ جو چھپ کر کے ظلم برداشت کرتا ہے ظالم سے زیادہ برا ہوتا ہے۔ جی دے واسطے رہو جی، بہت زبردست اسی کامنٹ کیا۔ پھر ایک کامنٹ سی، عمران خان نے کہا ہے کہ مجھے یہ سسٹم انصاف نہیں دے گا، مجھے انصاف عوام دے گا۔ عوام سے کہتا ہوں نکلیں، اڈیالیاں کی دیواریں اتنی مضبوط نہیں ہیں۔ شاید خٹک بیچارہ تو یہی کہہ رہا جو میں کہہ رہا ہے، ٹھیک ہے جی۔ وہ تو بات تو بھائی جان خٹک صاحب اس وقت عاصم منیر کے ساتھ نہیں ہے، ذہنی مریض
دی گردن پھنسی پئی ہے. جمعے تک عاصم منیر اینڈ کمپنی کا معاملہ سیٹ نہیں ہوا. فوجی ڈیپ اسٹیٹ حرکت میں آ جائے گی. برادر مسلم ملک کے سربراہ عاصم منیر کی فوجی سربراہ کے طور پر تقرری کے بعد سے خوش نہیں ہیں اور نہ ہی انہوں نے گزشتہ 3 سالوں میں پاکستان کا دورہ کیا ہے. دوسری وجہ عاصم منیر کی عوام میں نفرت اور پاکستان میں نیا کھیل شروع ہو جائے گا. جو جیل میں ہیں وہ باہر آئیں گے اور باہر والے اندر جائیں گے. ویسے بھی کھیل اس طرف بڑھ رہا ہے. اقتدار کے نشے میں دھت لوگ سمجھ نہیں پا رہے تو یہ ان کا مسئلہ ہے، لیکن حالات کچھ اور بتا رہے ہیں. جتنا نقصان باجوہ اور عاصم منیر نے روس اور چین کو پہنچایا ہے اتنا پہلے کسی نے نہیں کیا. یوکرین جنگ میں ہتھیاروں کی فراہمی پیوٹن کے دل پر لکھا ہوا ہے. چین کے ہتھیار بھی گھٹیا ہیں اور ثقافت بھی عجیب. عملاً چین کے ساتھ معاملہ چین کے ساتھ سیٹ کرنے ہیں. اچھا جی، لو جی، ایئر چیف بابر سدھو نے سی ڈی ایف کی دوڑ میں ویل پانا پھینک کر سب کچھ روک دیا اور ایئر چیف بھی ملٹری چیف جیسا ہی گریڈ کا ہے، جبکہ جدید جنگ میں فضائیہ کا کردار. یہ انہوں دی ایک نیوز ہے، کل تو پھیلی ہوئی ہے. میرے خیال سے اٹس ناٹ ٹرو. وہ تو پھر ایئر فورس ایکٹ چی دیکھو نا، ترمیم ہی نہیں نا کنجرا نے کی سی انہاں ایکٹس دے بارے جو لان دی. سر آپ روح کی آواز، حق کا پیغام ہے. اسی سے غافل اور خوابیدہ روحوں کو جگانے، عزت سے جینے اور ظلم کو مٹانے کی ترغیب دیتے ہیں. ایک ایک کر کے حق کا کارواں بن جائے گا اور ایک سچا اسپرچول انسان 10 پر بھاری پڑے گا انشاءاللہ. ویسے گل ٹھیک ہے، یہ 10 نہیں 100 پہ بھاری پڑے گا. اسی سارے کٹھے ہو جائیے انشاءاللہ. اسی یہ سارا معاملہ کنٹرول کر لیں گے. کل تک لی اجازت. اللہ نے